ਸਰੀ ਤੋਂ ਸ਼ੁਰੂ ਕਰਦੇ ਹਾਂ। ਸਰੀ ਦੇ ਵਿੱਚ 84 ਐਵਨਿਊ ਬਾਰੇ ਸਾਰੇ ਜਾਣਦੇ ਆ ਕਿ 84 ਐਵਨਿਊ ਨੂੰ ਵੱਡਾ ਕਰਨ ਦੀ, 84 ਐਵਨਿਊ ਨੂੰ ਪੂਰਾ ਕਰਨ ਦੀ ਗੱਲਬਾਤ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ, ਸ਼ਾਇਦ ਕਈ ਸਾਲਾਂ ਤੋਂ ਚੱਲ ਰਹੀ ਹੈ। ਇੱਕ ਦਹਾਕਾ ਪਹਿਲਾਂ 10-11 ਸਾਲ ਪਹਿਲਾਂ ਵੀ ਇਹ ਗੱਲਬਾਤ ਚੱਲੀ ਸੀ। ਟ੍ਰੈਫਿਕ ਦੀ ਸਮੱਸਿਆ ਸਰੀ ਦੇ ਵਿੱਚ ਬਹੁਤ ਆਉਂਦੀ ਆ। ਥੋੜਾ ਜਿਹਾ ਕਿਸੇ ਨੇ ਦੂਰ ਜਾਣਾ ਹੋਵੇ ਉਹਨੂੰ ਕਿੰਨਾ ਟਾਈਮ ਲੱਗ ਜਾਂਦਾ, ਜਿੰਨਾ ਕਿ ਆਮ ਤੌਰ ਤੇ ਲੱਗਣਾ ਨਹੀਂ ਚਾਹੀਦਾ। ਇਹਦਾ ਕਾਰਨ ਇਹ ਹੈ ਕਿ ਸਰੀ ਦੀ ਵਸੋਂ ਵੱਧ ਰਹੀ ਆ। ਸਰੀ ਦੇ ਵਿੱਚ 1000 ਬੰਦਾ ਹਰ ਮਹੀਨੇ ਨਵਾਂ ਰਹਿਣ ਦੇ ਲਈ ਆ ਰਿਹਾ। ਇਹ ਗਿਣਤੀ ਬਹੁਤ ਵੱਡੀ ਆ। ਸੋ 10-11 ਸਾਲ ਪਹਿਲਾਂ ਇਹ ਗੱਲਬਾਤ ਚੱਲੀ ਸੀ, ਉਸ ਵੇਲੇ ਪੂਰੀ ਨਹੀਂ ਹੋਈ, ਤਾਂ ਹੁਣ ਇਹ ਗੱਲਬਾਤ ਪੂਰੀ ਹੋਣ ਜਾ ਰਹੀ ਹੈ ਕਿ 84 ਐਵਨਿਊ ਨੂੰ ਵੱਡਾ ਕੀਤਾ ਜਾਵੇ, 84 ਐਵਨਿਊ ਨੂੰ ਪੂਰਾ ਕੀਤਾ ਜਾਵੇ। ਇਹਦੇ ਹੱਕ ਦੇ ਵਿੱਚ ਵੀ ਗੱਲਾਂ ਬਾਤਾਂ ਚੱਲੀਆਂ, ਇਹਦੇ ਵਿਰੋਧ ਦੇ ਵਿੱਚ ਵੀ ਗੱਲਾਂ ਬਾਤਾਂ ਚੱਲੀਆਂ। ਇਹਦਾ ਵਿਰੋਧ ਵੀ ਕਰ ਰਿਹਾ ਕੁਝ ਲੋਕ, ਇਸ ਗੱਲ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਆ ਵੀ ਇਹਦੇ ਨਾਲ ਸਾਡੀ ਵਾਈਲਡ ਲਾਈਫ ਖਤਮ ਹੋ ਰਹੀ ਹੈ, ਇਹਦੇ ਨਾਲ ਗ੍ਰੀਨਰੀ ਖਤਮ ਹੋ ਰਹੀ ਹੈ। ਖਾਸ ਕਰ ਜਿਹੜਾ ਇੱਕ ਆਈਕੋਨਿਕ ਬੀਅਰ ਕ੍ਰੀਕ ਪਾਰਕ ਆ ਉਹਦੀ ਦਿੱਖ ਖਰਾਬ ਹੋ ਰਹੀ ਹੈ। ਪਰ ਸਮਾਂ ਅੱਜ ਕੱਲ੍ਹ ਦਾ ਇਹ ਦੱਸ ਰਿਹਾ ਕਿ ਇਹਦੇ ਤੋਂ ਬਿਨਾਂ ਹੱਲ ਕੋਈ ਨਹੀਂ। ਵਾਈਲਡ ਲਾਈਫ ਰਹਿਣੀ ਚਾਹੀਦੀ ਹੈ, ਗ੍ਰੀਨਰੀ ਰਹਿਣੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੈ। ਪਰ ਉਹਦੀ ਕੀਮਤ ਦੂਜੇ ਪਾਸੇ ਮਨੁੱਖੀ ਜਾਨਾਂ ਨਹੀਂ ਹੋਣੀਆਂ ਚਾਹੀਦੀਆਂ। ਮਨੁੱਖੀ ਜਾਨਾਂ ਦਾ ਇਹਦੇ ਨਾਲ ਕੀ ਸੰਬੰਧ ਆ? ਜਿਹੜਾ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਤੇ 88 ਵਾਲੀ ਇੰਟਰਸੈਕਸ਼ਨ ਆ, ਉੱਥੇ ਜਦੋਂ ਵੀ ਤੁਸੀਂ ਜਾਂਦੇ ਹੋ ਦੂਜੇ ਤੀਜੇ ਕੋਈ ਨਾ ਕੋਈ ਗੱਡੀ ਵੱਜੀ ਹੁੰਦੀ, ਕੋਈ ਨਾ ਕੋਈ ਐਕਸੀਡੈਂਟ ਹੋਇਆ ਹੁੰਦਾ। 2009 ਤੋਂ ਲੈ ਕੇ 2019 ਦੇ ਵਿੱਚ 11 ਸਾਲਾਂ ਦਾ ਜੇਕਰ ਸਮਾਂ ਦੇਖਿਆ ਜਾਵੇ, ਉਹਦੇ ਵਿੱਚ 2158 ਉੱਥੇ ਐਕਸੀਡੈਂਟ ਹੋਏ ਆ, ਟੱਕਰਾਂ ਹੋਈਆਂ ਇੱਕ ਦੂਜੇ ਦੇ ਵਿੱਚ। ਜਾਣੀ ਕਿ 216 ਇੱਕ ਸਾਲ ਦੇ ਵਿੱਚ ਉੱਥੇ ਐਕਸੀਡੈਂਟ ਹੋ ਰਹੇ ਆ। 216 ਦਾ ਮਤਲਬ ਵੀ ਹਰ ਦੂਜੇ ਦਿਨ ਇੱਕ ਐਕਸੀਡੈਂਟ ਹੋ ਰਿਹਾ, ਔਰ ਜਿਹਦੇ ਵਿੱਚ 1091 ਜਿਹੜੇ ਕੋਲਾਈਜਨਸ ਹੋਏ ਆ ਉਹਦੇ ਵਿੱਚ ਮੌਤਾਂ ਹੋਈਆਂ ਜਾਂ ਬਹੁਤ ਜ਼ਿਆਦਾ ਇੰਜਰੀ ਹੋਈ ਆ। ਹੁਣ ਇਸ ਗੱਲ ਨੂੰ ਜੇਕਰ ਤੁਸੀਂ ਦੇਖਦੇ ਆ, ਜੇ ਐਵਰੇਜ ਰੇਟ ਇਹਦਾ ਕੱਢਿਆ ਜਾਵੇ ਕਿ ਹਰ ਦੂਜੇ ਦਿਨ ਜਿਹੜੀ ਐਕਸੀਡੈਂਟ ਹੋ ਰਿਹਾ ਜਾਂ ਉਹਦੀ ਵਿਅਕਤੀ ਦੀ ਮੌਤ ਹੋ ਰਹੀ ਆ ਹਰ ਚੌਥੇ ਦਿਨ, ਇਹ ਸਾਰਾ ਕੁਝ ਰੁਕ ਸਕਦਾ। ਇਹਦੀ ਕੈਲਕੂਲੇਸ਼ਨ ਸਾਇੰਟੀਫਿਕਲੀ ਕੀਤੀ ਗਈ ਆ ਕਿ ਇੱਥੇ ਟ੍ਰੈਫਿਕ ਦਾ ਬੋਝ ਕਿਉਂ ਜ਼ਿਆਦਾ ਆ, ਕਿਉਂ ਜ਼ਿਆਦਾ ਐਕਸੀਡੈਂਟ ਹੋ ਰਹੇ ਆ। ਉਹਦਾ ਜਿਹੜਾ ਐਨਾਲਿਸਿਸ ਕੀਤਾ ਗਿਆ, ਉਹਦੇ ਤੋਂ ਬਾਅਦ ਦੱਸਿਆ ਗਿਆ ਕਿ ਹਰ ਸਾਲ ਇਹ 20% ਇਨਕਰੀਜ਼ ਹੋ ਰਹੇ ਆ ਜਿਹੜੀਆਂ ਐਕਸੀਡੈਂਟ ਜਾਂ ਇੰਜਰੀਜ਼ ਜਿਹੜੀਆਂ ਹੈਗੀਆਂ ਪਿਛਲੇ 10 ਸਾਲਾਂ ਦੇ ਵਿੱਚ। 84 ਐਵਨਿਊ ਰੋਡ ਐਕਸਟੈਂਸ਼ਨ ਦੇ ਨਾਲ ਟ੍ਰੈਫਿਕ ਵੋਲਿਊਮ 88 ਦੇ ਉੱਤੇ ਘਟ ਜਾਊਗਾ। ਜਿਹੜਾ 88 ਐਵਨਿਊ ਕਿੰਗ ਜਾਰਜ ਬੁਲੇਵਾਰਡ ਆ, ਇਹਦੇ ਵਿਚਕਾਰ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਘਟ ਜਾਣਗੇ, ਉਹਦੇ ਵਿੱਚ ਬਹੁਤ ਜ਼ਿਆਦਾ ਰਾਹਤ ਮਿਲੂਗੀ। ਇਹ ਗੱਲ ਮਤਲਬ ਜਿਹੜਾ ਸਿਟੀ ਆਫ ਸਰੀ ਆ ਉਹਨਾਂ ਨੇ ਸਾਇੰਟੀਫਿਕ ਐਨਾਲਿਸਿਸ ਕਰਾਇਆ, ਇਹਦੇ ਪਤਾ ਕੀਤਾ ਸਾਰਾ ਕੁਝ, ਉਹ ਹਿਸਾਬ ਕਿਤਾਬ ਲਾ ਕੇ ਉਹਨਾਂ ਨੇ ਦੱਸਿਆ ਕਿ ਇੱਥੇ ਹੋਣ ਵਾਲੀਆਂ ਮੌਤਾਂ ਤੇ ਇੱਥੇ ਜਿਹੜੀਆਂ ਇੰਜਰੀਜ਼ ਹੁੰਦੀਆਂ ਉਹਦੇ ਤੋਂ ਬਚਿਆ ਜਾ ਸਕਦਾ। ਸੋ 1000 ਦੇ ਕਰੀਬ ਜਿਹੜੇ ਨਵੇਂ ਰੈਜ਼ੀਡੈਂਟ, ਜਿੱਦਾਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਹਰ ਮਹੀਨੇ ਸਰੀ ਦੇ ਵਿੱਚ ਆ ਰਹੇ, ਤੇ ਉਹਨੇ ਜਾਣਾ ਤੇ ਨਾ ਰੋਡਸ ਦੇ ਉੱਤੇ ਹੀ ਆ ਨਾ ਸਟਰੀਟਸ ਦੇ ਉੱਤੇ ਹੀ ਆ। ਤੇ ਇਹ ਉਹਦੇ ਲਈ ਫਿਰ ਨਵੇਂ ਜਿਹੜੀਆਂ ਐਕਸਟੈਂਸ਼ਨਸ ਆ, ਨਵੇਂ ਜਿਹੜੀਆਂ ਰੋਡਸ ਆ ਪੂਰੇ ਹੋਣਗੇ, ਬਣਨਗੇ, ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਇਹ ਆ ਕਿ 84 ਐਵਨਿਊ ਬਣਨਾ ਚਾਹੀਦਾ। ਟਰਾਂਸਪੋਰਟੇਸ਼ਨ ਦਾ ਨੈਟਵਰਕ ਇੱਥੇ ਹੋਣਾ ਚਾਹੀਦਾ ਜਿਹਦੇ ਨਾਲ ਲੋਕ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾ ਸਕਣ। ਦੂਜੀ ਗੱਲ ਆ ਵੀ ਕਾਰ ਪਾਰਕਿੰਗ ਦੀ ਸਮੱਸਿਆ, ਕਾਰਾਂ ਦੇ ਜਿਹੜੇ ਖਾਸ ਕਰ ਬੀਅਰ ਕ੍ਰੀਕ ਪਾਰਕ ਦੇ ਵਿੱਚ ਪਾਰਕਿੰਗ ਦੀ ਸਮੱਸਿਆ, ਉਹਦਾ ਵੀ ਹੱਲ ਇਸ 84 ਐਵਨਿਊ ਦੀ ਐਕਸਟੈਂਸ਼ਨ ਦੇ ਨਾਲ ਹੁੰਦਾ। ਜਿਹੜਾ 84 ਐਵਨਿਊ ਦਾ ਡਿਜ਼ਾਈਨ ਆ, ਜਿਹੜਾ ਦੱਸਿਆ ਜਾ ਰਿਹਾ ਕਿ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਜਾ ਰਿਹਾ। ਇੱਕ ਤਾਂ ਕਿੰਨੇ ਟਰੀ ਰਿਮੂਵ ਕੀਤੇ ਜਾਣੇ, ਕਿਉਂਕਿ ਇਹਦਾ ਵਿਰੋਧ ਕੱਲ੍ਹ ਜਦੋਂ ਕੌਂਸਲ ਦੇ ਵਿੱਚ ਸਿਟੀ ਆਫ ਸਰੀ ਦੇ ਵਿੱਚ ਇਹ ਮਤਾ ਪਾਸ ਹੋ ਰਿਹਾ ਸੀ, ਤਾਂ ਉਸ ਵੇਲੇ ਵੀ ਬਹੁਤ ਸਾਰੇ ਲੋਕ ਬਾਹਰ ਇਕੱਠੇ ਹੋਏ ਸੀ, ਸਿਟੀ ਹਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਕਿ ਸਾਨੂੰ ਮਨਜ਼ੂਰ ਨਹੀਂ ਆ। 9 ਦੇ ਵਿੱਚੋਂ 4 ਜਣਿਆਂ ਨੇ, ਕੌਂਸਲਰਸ ਨੇ ਵੀ ਵਿਰੋਧ ਕੀਤਾ, ਉਹਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ, 5 ਜਣਿਆਂ ਨੇ ਵੋਟ ਪਾਈ ਆ। ਮੇਅਰ ਨੇ ਇਹ ਗੱਲ ਅਨਾਊਂਸ ਕਰ ਦਿੱਤੀ ਹੈ। ਪਰ ਉਹ ਜਿਹੜੇ ਵਿਰੋਧ ਕਰਨ ਵਾਲੇ ਨੇ, ਉਹਨਾਂ ਦਾ ਲੌਜਿਕ ਇੱਕ ਜਿਹੜਾ ਸਭ ਤੋਂ ਵੱਡਾ ਹੈਗਾ ਕਿ ਜਿਹੜੀ ਗ੍ਰੀਨਰੀ ਆ ਖਤਮ ਹੋਊਗੀ, ਕਿ ਲਿਮਟਡ ਸਾਡੇ ਕੋਲ ਜਗ੍ਹਾ ਆ, ਉੱਥੇ ਹੀ ਸਿਰਫ ਜਿਹੜੀ ਹਰਿਆਲੀ ਆ, ਤੇ ਨਹੀਂ ਤਾਂ ਸਾਰੇ ਕੰਕਰੀਟ ਦੇ ਜੰਗਲ ਬਣ ਜਾਣਗੇ ਇੱਥੇ, ਸੜਕਾਂ, ਕਾਰਾਂ, ਪ੍ਰਦੂਸ਼ਣ। ਪਰ ਸਮੱਸਿਆ ਇਹ ਆ ਵੀ ਨਹੀਂ ਤਾਂ ਉਹ ਸਾਰਾ 88 ਦੇ ਉੱਤੇ ਜਾਊਗਾ। ਦੋ ਹੀ ਜਿਹੜੇ ਲੰਬੇ ਐਵਨਿਊ ਆ, ਜਾਂ 64 ਧੁਰ ਤੱਕ ਜਾਂਦਾ ਹੈ ਇੱਕ ਪਾਸੇ ਤੋਂ, ਈਸਟ ਤੋਂ ਵੈਸਟ ਤੱਕ, ਤੇ ਜਾਂ 96 ਜਾਂਦਾ ਹੈ। ਹੁਣ 84 ਜਿਹੜਾ ਆ ਉਹ ਇੱਕ ਵਿਚਕਾਰ ਜਗ੍ਹਾ ਮਿਲ ਜੂਗੀ ਜਿਹੜੀ ਦੂਜੇ ਪਾਸੇ ਜਾਊਗੀ। ਇਹਦੇ ਵਿੱਚ ਜਿਹੜਾ ਇਹ ਡਿਜ਼ਾਈਨ ਦੱਸਿਆ ਜਾ ਰਿਹਾ, ਸਿਟੀ ਆਫ ਸਰੀ ਨੇ ਜਿਹੜਾ ਮਾਡਲ ਦੱਸਿਆ ਆ, ਜਾਂ ਜਿਹਦੇ ਦੇ ਉੱਤੇ ਹੁਣ ਇਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਹੈ, ਔਰ ਅਗਲੇ ਸਾਲ ਸਤੰਬਰ ਤੱਕ ਇਹ ਖਤਮ ਹੋ ਜਾਊਗੀ, ਇਹ ਬਣ ਕੇ ਤਿਆਰ ਹੋ ਜਾਊਗਾ। ਇਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਕਿ ਕਿਹੜੇ ਕਿਹੜੇ ਟਰੀ ਰਿਮੂਵ ਕਰਨੇ ਆ, ਜਾਂ ਉੱਥੇ ਕੋਈ ਹਿਸਟੋਰੀਕਲ ਲੈਂਡਫਿਲਸ ਆ ਉਹਦਾ ਕੀ ਕਰਨਾ। ਔਰ ਬੀਅਰ ਕ੍ਰੀਕ ਦੇ ਵਿੱਚ ਜਿਹੜਾ ਇੱਕ ਕਿੰਗ ਕ੍ਰੀਕ ਹੈਗਾ ਆ, ਜਾਂ ਉੱਥੇ ਜਿਹੜੇ ਵਾਟਰ ਕੋਰਸਿਸ ਨੇ, ਉੱਥੇ ਵਾਈਲਡ ਲਾਈਫ ਕ੍ਰੋਸਿੰਗਸ ਆ, ਉਹਦਾ ਖਿਆਲ ਰੱਖਿਆ ਜਾ ਰਿਹਾ। ਕਿ ਇੱਕ ਵੱਡਾ ਇਸ਼ੂ ਉਹਨਾਂ ਦਾ ਇਹ ਹੈ ਕਿ ਬਹੁਤ ਸਾਰੇ ਮੈਮਲਸ, ਰਿਪਟਾਈਲਸ, ਜਾਂ ਜਿਹੜੇ ਉਹ ਹੈਗੇ ਨੇ ਐਂਫੀਬੀਅਨਸ,
ਇਹ ਸਾਰੇ ਇੱਧਰ ਉੱਧਰ ਜਾਂਦੇ ਆ, ਜਾਨਵਰ ਡੱਡੂ ਹੋਰ ਜਿਹੜੇ ਹੈਗੇ ਆ ਇੱਧਰੋਂ ਉੱਧਰ ਜਾਂਦੇ ਆ, ਉਹਨਾਂ ਦੇ ਲਈ ਵੀ ਉਹ ਕਹਿੰਦੇ ਅਸੀਂ ਪ੍ਰਬੰਧ ਕੀਤਾ ਆ ਤਾਂ ਕਿ ਜਿਹੜੀ ਉੱਥੋਂ ਦੀ ਬਾਇਓਡਾਇਵਰਸਿਟੀ ਆ ਉਹ ਉਸੇ ਤਰ੍ਹਾਂ ਹੀ ਰਹੇ। ਇਹ ਕੈਲਕੂਲੇਸ਼ਨ ਕਰਕੇ ਇਹ ਰੋਡ ਬਣਾਇਆ ਜਾ ਰਿਹਾ ਕਿ ਉਹਦਾ ਨੁਕਸਾਨ ਘੱਟ ਤੋਂ ਘੱਟ ਹੋਊਗਾ ਔਰ ਜਿੰਨੀ ਨੇਚਰ ਨੂੰ ਮੇਨਟੇਨ ਰੱਖਿਆ ਜਾ ਸਕਦਾ, ਉਹਦਾ ਜਿਹੜਾ ਡਰੇਨੇਜ ਪੈਟਰਨ ਆ ਉੱਥੇ ਦਾ, ਵਾਟਰ ਰਿਜ਼ਰਵ ਜਿਹੜੇ ਹੈਗੇ ਉੱਥੇ ਦੀ ਲੈਂਡਸਕੇਪਿੰਗ ਹੈਗੀ ਆ, ਉਹਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾ ਰਿਹਾ ਕਿ ਇਹਦੇ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ। ਔਰ ਦੂਜੀ ਗੱਲ ਤੁਹਾਨੂੰ ਪਤਾ ਕਿ ਇਹੀ ਇੱਕ ਵੱਡੀ ਸਮੱਸਿਆ ਬੀਅਰ ਕ੍ਰੀਕ ਪਾਰਕ ਦੀ ਆਉਂਦੀ ਹੈ ਜਦੋਂ ਤੁਸੀਂ ਕਿੰਗ ਜਾਰਜ ਬੁਲੇਵਰਡ ਤੋਂ ਅੱਗੇ ਜਾ ਕੇ ਉਹ ਕਾਰਲੀ ਸੈਕਟਰ ਦੇ ਵਿੱਚ ਖਤਮ ਹੋ ਜਾਂਦੀ ਹੈ ਅਤੇ ਉਹਦੇ ਤੋਂ ਬਾਅਦ ਫਿਰ 140 ਵਾਲੇ ਪਾਸਿਓਂ ਇਹ ਅੰਦਰ ਨੂੰ ਆਉਂਦੀ ਹੈ। ਬਹੁਤ ਸਮਾਂ ਪਹਿਲਾਂ ਵੀ ਇਹ ਗੱਲਬਾਤ ਚੱਲੀ ਸੀ, ਕਈ ਕਾਰਨਾਂ ਕਰਕੇ ਉਸ ਵੇਲੇ ਇਹ ਬੰਦ ਹੋ ਗਈ ਸੀ, ਪਰ ਹੁਣ ਇਹ ਸਿਰੇ ਚੜ੍ਹ ਰਹੀ ਹੈ। ਸੋ ਸਿਟੀ ਆਫ ਸਰੀ ਦੇ ਵਿੱਚ ਦੂਜੀ ਜਿਹੜੀ ਬੀਅਰ ਕ੍ਰੀਕ ਪਾਰਕ ਆ, ਤੁਹਾਨੂੰ ਪਤਾ ਇਹਦੇ ਵਿੱਚ ਵੀ ਜਿਹੜੀ ਐਥਲੈਟਿਕ ਫੈਸਿਲਿਟੀ ਆ ਇਹਨੇ ਅਪਗ੍ਰੇਡ ਹੋਣਾ ਆ, ਇਹਦੀ ਜਿਹੜੀ ਕਪੈਸਿਟੀ ਆ ਵਧਾਈ ਜਾਣੀ ਆ। ਉੱਥੇ 200 ਐਡੀਸ਼ਨਲ ਪਾਰਕਿੰਗ ਸਟਾਲਸ ਚਾਹੀਦੀਆਂ ਆ ਤਾਂ ਕਿ ਉਹ ਫੈਸਿਲਿਟੀ ਯੂਜ਼ਰਸ ਉਹਨੂੰ ਚੰਗੀ ਤਰ੍ਹਾਂ ਵਰਤ ਸਕਣ। ਇਹਦੇ ਵਿੱਚੋਂ ਉਹਦੀ ਵੀ ਸਮੱਸਿਆ ਦਾ ਕਿਤੇ ਨਾ ਕਿਤੇ ਹੱਲ ਕੱਢਿਆ ਜਾ ਰਿਹਾ ਤਾਂ ਕਿ ਜਿਹੜੀਆਂ ਉੱਥੇ ਅਮੈਨਿਟੀਜ਼ ਆ ਉਹਨਾਂ ਨੂੰ ਵੱਧ ਤੋਂ ਵੱਧ ਲੋਕ ਵਰਤ ਸਕਣ, ਚਾਹੇ ਉੱਥੇ ਵਾਕਿੰਗ ਆ, ਚਾਹੇ ਟ੍ਰੇਲਸ ਆ, ਚਾਹੇ ਉੱਥੇ ਬੈਠਣਾ ਆ, ਚਾਹੇ ਪਬਲਿਕ ਆਰਟ ਆ। ਇਹ ਸਾਰੀਆਂ ਗੱਲਾਂ ਨੂੰ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਇਸ ਵੇਲੇ 88 ਐਵਨਿਊ ਕੰਟੀਨਿਊਸ ਰੋਡ ਆ ਪੂਰੀ ਸਿਟੀ ਦੇ ਵਿੱਚ, ਇਹ 64 ਤੇ 96 ਤੋਂ ਬਾਅਦ, ਤੇ ਇਹ ਸਰੀ ਦਾ ਜਿਹੜਾ ਬਿਜ਼ੀਐਸਟ ਈਸਟ ਵੈਸਟ ਕਨੈਕਟਰ ਵੀ ਆ। ਇਹਦੇ ਉੱਤੇ 40,000 ਵਹੀਕਲ ਇੱਕ ਦਿਨ ਦੇ ਵਿੱਚ ਜਾਂਦਾ ਆ। ਔਰ ਜਿਹੜਾ 84 ਦੇ ਵਿੱਚ ਮਿਸਿੰਗ ਲਿੰਕ ਆ ਕਿੰਗ ਜਾਰਜ ਬੁਲੇਵਰਡ ਤੇ 140 ਸਟਰੀਟ ਦਾ, ਇਹ ਜੇਕਰ ਕਿਤੇ ਨਾ ਕਿਤੇ ਠੀਕ ਹੋ ਜਾਂਦਾ ਆ, ਵੱਡੀ ਚੀਜ਼ ਇਹਦੇ ਵਿੱਚ ਛੋਟੇ ਮੋਟੇ ਹੋਰ ਤੋਂ ਇਲਾਵਾ ਜਿਹੜੀ ਵੱਡੀ ਰੌਲੇ ਵਾਲੀ ਗੱਲ ਆ ਉਹ ਇੱਥੇ ਹੀ ਆ, ਤੇ ਇਹਦੇ ਨਾਲ ਟਰੈਵਲ ਟਾਈਮ ਬਚ ਸਕਦਾ। ਬਹੁਤ ਸਾਰੇ ਲੋਕ ਜਿਹੜੇ ਕੰਮਾਂ 'ਤੇ ਜਾਂਦੇ ਆ, ਸਵੇਰ ਵੇਲੇ ਸਕੂਲ ਨੂੰ ਛੁੱਟੀ ਹੁੰਦੀ ਆ ਜਾਂ ਸ਼ਾਮ ਵੇਲੇ, ਉਸ ਵੇਲੇ ਉਹਨਾਂ ਦਾ ਟਰੈਵਲ ਟਾਈਮ ਬਹੁਤ ਬਚ ਸਕਦਾ। ਜਿਹੜੀ ਕੰਸਟਰਕਸ਼ਨ ਆ ਇੱਥੇ ਜਦੋਂ ਹੀ ਬੀਅਰ ਕ੍ਰੀਕ ਪਾਰਕ ਦੇ ਵਿੱਚ ਦੀ ਉਹ ਜਾਊਗੀ ਤੇ ਇਸ ਸਮਰ ਦੇ ਵਿੱਚ ਇਹਦਾ ਕੰਮਕਾਰ ਸ਼ੁਰੂ ਹੋ ਜਾਣਾ ਆ। 5-4 ਦੇ ਨਾਲ ਕੱਲ੍ਹ ਵੋਟਿੰਗ ਪਈ ਆ ਤੇ ਮੇਅਰ ਡਗ ਮੁਕੱਲਮ ਨੇ ਇਹ ਗੱਲ ਅਨਾਊਂਸ ਕੀਤੀ ਆ ਕਿ ਅਸੀਂ ਇਹਨੂੰ ਅਗਲੇ ਸਤੰਬਰ ਤੱਕ ਜਿਹੜਾ ਇਹਨੂੰ ਪੂਰਾ ਕਰ ਦਿਆਂਗੇ। ਸੋ 84 ਐਵਨਿਊ ਬਹੁਤ ਸਾਲਾਂ ਦੀ ਮੰਗ, ਬਹੁਤ ਸਾਲਾਂ ਦੀ ਇਹ ਗੱਲਬਾਤ ਪੂਰੀ ਕੀਤੀ ਜਾ ਰਹੀ ਆ। ਇਹਦੇ ਨਾਲ ਸਰੀ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਠੱਲ ਪਾਈ ਜਾ ਸਕਦੀ ਆ, ਕਾਫੀ ਹੱਦ ਤੱਕ ਇੱਥੇ ਇਹਨੂੰ ਰੋਕਿਆ ਜਾ ਸਕਦਾ ਜਿਹੜੇ ਐਕਸੀਡੈਂਟ ਹੋ ਰਿਹਾ। ਔਰ ਇਹ ਡਾਟਾ ਦੱਸ ਰਿਹਾ, ਜਿਹੜੀ ਕੈਲਕੂਲੇਸ਼ਨ ਇਹਨਾਂ ਦੀ ਉਹ ਦੱਸਦੀ ਆ ਕਿ ਇੰਨੇ ਮੌਤਾਂ ਤੇ ਇੰਨੇ ਐਕਸੀਡੈਂਟ ਜਿਹੜੇ ਖਾਸ ਕਰ ਕਿੰਗ ਜਾਰਜ ਬੁਲੇਵਰਡ ਤੇ 88 ਦੇ ਉੱਤੇ ਘਟ ਜਾਣਗੇ। ਬਾਕੀ ਆਉਣ ਵਾਲਾ ਸਮਾਂ ਦੱਸਦਾ ਕਿ ਪ੍ਰੈਕਟੀਕਲੀ ਕਿੰਨਾ ਕੁ ਇਹਦਾ ਨੁਕਸਾਨ ਵਾਤਾਵਰਨ ਨੂੰ ਹੁੰਦਾ ਹੈ, ਕਿੰਨਾ ਕੁ ਬਾਇਓਡਾਇਵਰਸਿਟੀ ਨੂੰ ਹੁੰਦਾ ਆ, ਤੇ ਕਿੰਨਾ ਕਿ ਇਹਨੂੰ ਜ਼ਿਆਦਾ ਇਹ ਟ੍ਰੈਫਿਕ ਨੂੰ ਹੱਲ ਕਰਨ ਦੇ ਵਿੱਚ ਇਹਦਾ ਹੱਲ ਹੁੰਦਾ। ਬਹੁਤ ਸਾਰੇ ਲੋਕਾਂ ਨੇ ਇਹਦੇ ਖਿਲਾਫ ਪਟੀਸ਼ਨ ਪਾਈ ਸੀ, ਕਈ ਉਹਨਾਂ ਨੇ ਸਾਈਨ ਕਰਵਾਏ ਵੀ ਆ। ਕੱਲ੍ਹ ਖਾਸ ਕਰ ਲਿੰਡਾ ਏਨਸ ਜਿਹੜੀ ਉਹ ਹੈ ਕਾਉਂਸਲਰ ਆ, ਉਹ ਵੀ ਇਹਨਾਂ ਦੇ ਨਾਲ ਸੀ, ਬਾਕੀ ਕਾਉਂਸਲਰ ਵੀ ਇਹਨਾਂ ਦੇ ਨਾਲ ਸੀਗੇ। ਉਹਨਾਂ ਨੇ ਆ ਕੇ ਦੱਸਿਆ ਆ ਕਿ ਲੋਕਾਂ ਦੀ ਰਾਏ ਵੱਧ ਲੈਣੀ ਚਾਹੀਦੀ ਸੀ। ਉਹਨਾਂ ਦਾ ਜਿਹੜਾ ਇਤਰਾਜ਼ ਆ ਕਿ ਲੋਕਾਂ ਨੂੰ ਜ਼ਿਆਦਾ ਪੁੱਛਿਆ ਜਾਣਾ ਚਾਹੀਦਾ ਸੀ। ਸਿਟੀ ਅਫਸਰ ਹੀ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਸਲਾਹ ਮਸ਼ਵਰਾ ਕੀਤਾ ਆ ਅਤੇ ਉਹਦੇ ਤੋਂ ਬਾਅਦ ਹੀ ਇਹ ਗੱਲਬਾਤ ਅਸੀਂ ਸਾਹਮਣੇ ਲੈ ਕੇ ਆਏ ਹਾਂ ਅਤੇ ਇਹ ਪ੍ਰੋਜੈਕਟ ਨੂੰ ਪੂਰਾ ਕਰ ਰਹੇ ਹਾਂ। ਸੋ ਵਿਰੋਧ ਕਰਨ ਵਾਲੇ ਅੱਜ ਵੀ, ਜਦੋਂ ਅਸੀਂ 1 ਤਰੀਕ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ 1 ਜੂਨ ਨੂੰ, ਹੁਣ ਵੀ ਕਿੰਗ ਜਾਰਜ ਬੁਲੇਵਰਡ ਤੇ 84 ਐਵਨਿਊ ਦੇ ਉੱਤੇ ਉਹ ਆਪਣੀ ਪਾਰਕ ਨੂੰ ਬਚਾਉਣ ਦੇ ਲਈ ਉੱਥੇ ਪ੍ਰੋਟੈਸਟ ਕਰ ਰਹੇ ਆ, ਉੱਥੇ ਸਾਰਾ ਕੁਝ ਕਰ ਰਹੇ ਆ। ਪਰ ਇਹ ਸਿਟੀ ਅਫਸਰ ਹੀ ਕਿਉਂਕਿ ਪਾਸ ਕਰ ਚੁੱਕਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਤੇ ਕੰਮ ਸ਼ੁਰੂ ਹੋ ਜਾਣਾ ਤੇ ਅਗਲੇ ਸਾਲ ਇਹ ਕੰਪਲੀਟ ਹੋ ਜਾਏਗਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।